ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਿਹਨ ਅਰ ਬਰਨ ਜਾਤ ਹਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਣ ਸਹੇ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਔਰ ਧਾਰ ਵਿਚਾਰ ਮੁਰਾਰ ਰਮੋ ਰਮ ਮਨ ਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰ ਪੂਰੈ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ਼ਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਨਵ ਛੇ ਖਟ ਬੋਲਹਿ ਮੁਖ ਆਗਰ ਮੇਰਾ ਹਰ ਪ੍ਰਭ ਏਵ ਨ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਇਉ ਹਰ ਪ੍ਰਭ ਮੇਰਾ ਭੀਨੇ ਇਉ ਹਰ ਪ੍ਰਭ ਮੇਰਾ ਭੀਨੇ ਦੇਖੋ ਭਾਈ ਗਿਆਨ ਕੀ ਆਈ ਆਂਧੀ ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨ ਮਾਇਆ ਬੰਧੀ ਦੁਚਿਤੇ ਕੀ ਦੋਇ ਥੂਨ ਗਰਾਨੀ ਮੋਹ ਬਲੇਢਾ ਟੂਟਾ ਤਿਸਨਾ ਛਾਨ ਪਰੀ ਧਰੇ ਉਪਰ ਦੁਰਮਤ ਭਾਂਡਾ ਫੂਟਾ ਆਂਧੀ ਪਾਛੈ ਜੋ ਜਲ ਬਰਖੈ ਤਿਹ ਤੇਰਾ ਜਨ ਪੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਹਮ ਅਵਗੁਣ ਭਰੇ ਏਕ ਗੁਣ
ਅੰਮ੍ਰਿਤ ਛਾੜ ਬਿਖ ਬਿਖ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸੰਮਦੀ ਨੂਰ ਅਰਸੋਹ ਕੁਰ ਸੋਹ ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧ ਪਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੁੜ ਚੋਟਾਂ ਖਾਵੈ। ਸੋ ਸਿੱਖ ਸਖਾ ਬੰਧ ਪਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੁੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨ ਪਾਵੈ ਭਾਈ, ਫਿਰ ਪਛੋਤਾਵੈ। ਹਰਿ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਰ ਬਿਖ ਦੁਖ ਕਾਟੇ। ਆਪੇ ਮੇਲ ਮਿਲਾਈ ਰਹਾਉ, ਇਹੋ ਕੁਟੰਬ ਸਭ ਜੀਅ ਕੇ ਬੰਧਨ ਪਾਈ। ਭਰਮ ਭੁਲਾ ਸਹਿ ਸਾਰਾ, ਬਿਨ ਗੁਰ ਬੰਧਨ ਟੂਟਹਿ ਨਾਹੀ। ਗੁਰਮੁਖ ਮੋਖ ਦੁਆਰਾ, ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ। ਮਰ ਜਨਮਹਿ ਵਾਰੋ ਵਾਰਾ, ਹਉ ਮੇਰਾ ਜਗ ਪਲਚ ਰਹਿਆ ਪਾਈ। ਕੋਇ ਨਾ ਕਿਸਹੀ ਕੇਰਾ, ਗੁਰਮੁਖ ਮਹਲ ਪਾਇਨ ਗੁਣ ਗਾਵਨ। ਨਿਜ ਕਰ ਹੋਏ ਬਸੇਰਾ, ਐਥੈ ਬੂਝੈ ਸੋ ਆਪ ਪਛਾਣੈ। ਹਰ ਪ੍ਰਭ ਹੈ ਤਿਸ ਕੇਰਾ, ਸਤਿਗੁਰੂ ਸਦਾ ਦਇਆਲ ਹੈ ਭਾਈ। ਬਿਨ ਭਾਗਾ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ। ਜਿਹਾ ਭਾਉ ਤੇਹਾ ਫਲ ਪਾਈਐ, ਨਾਨਕ ਨਾਮ ਵਸੈ ਮਨ ਅੰਤਰ। ਵਿਚੋ ਆਪ ਗਵਾਈਐ, ਏਕ ਨਦਰ ਕਰ ਵੇਖੈ ਸਭ ਉਪਰ। ਜਿਹਾ ਭਾਉ ਤੇਹਾ ਫਲ ਪਾਈਐ, ਨਾਨਕ ਨਾਮ ਵਸੈ ਮਨ ਅੰਤਰ।
ਵਿੱਚੋ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਜੀਵਨ ਦਾ ਕੁਝ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਸ੍ਰੀ ਮੁਖਵਾਕ ਪਾਤਸ਼ਾਹ ਨੇ ਬਖਸ਼ੇ ਹਨ। ਸੁਰਤੀਆਂ ਬਿਰਤੀਆਂ ਕੁਝ ਸਮੇਂ ਲਈ ਇਕਾਗਰ ਕਰੀਏ, ਸ਼ਬਦ ਵਿਚਾਰ ਨਾਲ ਜੁੜੀਏ, ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਸੋਰਠ ਰਾਗੜੀ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨਿਮਾਣਿਆਂ ਦੇ ਮਾਣ ਸਤਿਗੁਰੂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਸੋ ਸਿੱਖ ਸਖਾ ਬੰਧਪ ਹੈ ਭਾਈ। ਅਸਲ ਵਿੱਚ ਗੁਰੂ ਕਾ ਸਿੱਖ ਉਹ ਹੈ ਜਿਹੜਾ ਗੁਰੂ ਦੀ ਰਜ਼ਾ 'ਚ ਚੱਲਦਾ, ਗੁਰੂ ਦੇ ਭਾਣੇ 'ਚ ਚੱਲਦਾ। ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ 'ਚ ਆਉਂਦਾ, ਗੁਰੂ ਦੀ ਰਜ਼ਾ 'ਚ ਚੱਲਦਾ, ਉਹ ਸਿੱਖ ਹੈ। ਔਰ ਇਹੋ ਜਿਹਾ ਸਿੱਖ ਹੀ ਸਾਡਾ ਭਰਾ ਹੈ, ਇਹੋ ਜਿਹਾ ਸਿੱਖ ਹੀ ਸਾਡਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਭਾਣੇ 'ਚ ਚੱਲਦਾ, ਜਿਹੜਾ ਆਪ ਹੁਦਰੀਆਂ ਕਰੇ, ਮਨਮੁਖਾਂ ਵਾਲਾ ਜੀਵਨ ਜੀਵੇ। ਉਹ ਭਾਵੇਂ ਸਾਡਾ ਰਿਸ਼ਤੇਦਾਰ ਵੀ ਹੋਵੇ, ਮਿੱਤਰ ਵੀ ਹੋਵੇ, ਭਰਾ ਵੀ ਹੋਵੇ, ਉਹਦੇ ਨਾਲ ਸਾਡਾ ਕਿਆ ਪਿਆਰ, ਕਾਹਦਾ ਸਨੇਹ। ਮਹਾਰਾਜ ਜੀ ਕਹਿੰਦੇ ਮੇਰਾ ਰਿਸ਼ਤੇਦਾਰ ਹੀ ਉਹ ਹੈ, ਮੇਰਾ ਭਰਾ ਵੀ ਉਹ ਹੈ ਜਿਹੜਾ ਗੁਰੂ ਦੇ ਭਾਣੇ 'ਚ ਚੱਲਦਾ, ਉਹ ਸਿੱਖ ਜਿਹੜਾ ਗੁਰੂ ਦੀ ਰਜ਼ਾ 'ਚ ਚੱਲਦਾ। ਦਰਅਸਲ ਸਮੱਸਿਆ ਇਹ ਹੈ ਕਿ ਜਿਸ ਨੂੰ ਜਿਵੇਂ ਚੰਗਾ ਲੱਗਦਾ ਉਹਦੇ ਮੁਤਾਬਕ ਚੱਲ ਪੈਂਦਾ। ਜਿਵੇਂ ਜਿਵੇਂ ਕਿਸੇ ਨੂੰ ਚੰਗਾ ਲੱਗਾ ਉੱਦਾਂ ਚੱਲ ਪਿਆ। ਜੋ ਰਸਤਾ ਮੈਨੂੰ ਚੰਗਾ ਲੱਗੇ ਉਸ ਰਸਤੇ ਤੇ ਟੁਰ ਪਿਆ। ਪਰ ਸਾਡਾ ਯਤਨ ਇਹ ਹੁੰਦਾ ਹੈ ਕਿ ਮੈਂ ਜਿਸ ਰਸਤੇ ਤੇ ਚੱਲ ਪਿਆ ਦੂਜਿਆਂ ਨੂੰ ਵੀ ਕਹਾਂ ਇਸ ਤੇ ਚੱਲੋ। ਭਾਵੇਂ ਮੇਰੀ ਦਿਸ਼ਾ ਗਲਤ ਹੋਵੇ, ਮੇਰਾ ਰਸਤਾ ਗਲਤ ਹੋਵੇ, ਫਿਰ ਵੀ ਅਸੀਂ ਇਹੀ ਕਹਾਂਗੇ ਕਿ ਚਲੋ ਤੁਸੀਂ ਵੀ ਚੱਲੋ ਇਹਦੇ ਨਾਲ, ਸਾਡੇ ਨਾਲ ਇਸ ਰਸਤੇ ਤੇ ਤੁਸੀਂ ਵੀ ਟੁਰੋ। ਉਹ ਅੱਗੋਂ ਕਾਨਾ ਨਾਕੀ ਕਰੇ, ਇਨਕਾਰ ਕਰੇ ਤੇ ਸਾਡਾ ਉਹਦੇ ਨਾਲ ਵਿਵਾਦ ਹੋ ਜਾਂਦਾ, ਲੜਾਈ ਹੋ ਜਾਂਦੀ ਹੈ, ਝਗੜਾ ਹੋ ਜਾਂਦਾ ਕਿ ਤੂੰ ਕਿਉਂ ਨਹੀਂ ਟੁਰਦਾ। ਚਲੋ ਜੇ ਅਸੀਂ ਕਿਸੇ ਸਿੱਧੇ ਰਸਤੇ ਟੁਰ ਵੀ ਪਏ ਹਾਂ, ਫਿਰ ਵੀ ਅਸੀਂ ਯਤਨ ਕਰਦੇ ਹਾਂ ਵੀ ਦੂਜੇ ਆਉਣ, ਉਹ ਵੀ ਇਹ ਕੰਮ ਕਰਨ। ਉਹ ਅੱਗੋਂ ਇਨਕਾਰ ਕਰੇ ਤੇ ਅਸੀਂ ਫਿਰ ਉਹਨੂੰ ਸਮਝਾਉਣ ਦਾ ਯਤਨ ਕਰਦੇ ਹਾਂ, ਨਹੀਂ ਉਹ ਫਿਰ ਵੀ ਨਾ ਸਮਝੇ, ਅਸੀਂ ਫਿਰ ਸਮਝਾਉਣ ਦਾ, ਕਿਉਂਕਿ ਸਾਡੇ ਹੰਕਾਰ ਨੂੰ ਠੇਸ ਪਹੁੰਚਦੀ ਹੈ ਵੀ ਜਦੋਂ ਅਸੀਂ ਕਿਸੇ ਨੂੰ ਸਮਝਾਈਏ ਤੇ ਉਹ ਸਮਝੇ ਨਾ। ਅਸੀਂ ਕਹਿੰਦੇ ਹਾਂ ਵੀ ਇਹਨੂੰ ਸਮਝਾ ਕੇ ਹੀ ਰਹਿਣਾ, ਕੁਝ ਹੋ ਜਾਏ।
ਸਾਡੇ ਹੰਕਾਰ ਨੂੰ ਵੀ ਠੇਸ ਪਹੁੰਚਦੀ ਹੈ ਕਿ ਜੇ ਮੈਂ ਇਹਨੂੰ ਨਾ ਸਮਝਾ ਸਕਿਆ ਤੇ ਲੋਕਾਂ ਨੇ ਕਹਿਣਾ ਤੂੰ ਕਾਹਦਾ ਵਿਦਵਾਨ ਹੈ, ਤੂੰ ਕਾਹਦਾ ਗਿਆਨੀ ਹੈ। ਸਾਡਾ ਜ਼ਿਆਦਾ ਜ਼ੋਰ ਦੂਜਿਆਂ ਨੂੰ ਸਮਝਾਉਣ 'ਚ ਹੀ ਲੱਗਦਾ ਹੈ। ਅਗਲਾ ਨਾ ਸਮਝਣਾ ਚਾਹੇ ਅਸੀਂ ਮੁੜ ਮੁੜ ਕੇ ਸਮਝਾਵਾਂਗੇ, ਉਹ ਫਿਰ ਵੀ ਨਾ ਸਮਝੇ, ਫਿਰ ਕਹਾਂਗੇ ਨਹੀਂ ਇੱਦਾਂ ਹੈ। ਕਿੰਨੀ એનર્ਜੀ ਵੇਸਟ ਕਰਦੇ ਹਾਂ ਆਪਾਂ। ਇੱਕ ਅੰਨਾ ਬੰਦਾ ਸੀ, ਨੇੜੇ ਕਿਸੇ ਪਿੰਡ 'ਚ ਭੰਡਾਰਾ ਸੀ। ਉਹਦੇ ਨਾਲ ਦੇ ਸਾਥੀ ਉੱਥੋਂ ਭੰਡਾਰਾ ਖਾ ਕੇ ਵਾਪਸ ਆਏ ਤੇ ਅੰਨਾ ਉਹਨਾਂ ਨਾਲ ਲੜ ਪਿਆ। ਕਹਿੰਦਾ ਉਹ ਤੁਸੀਂ ਮੈਨੂੰ ਨਹੀਂ ਨਾਲ ਲੈ ਕੇ ਗਏ। ਉਹ ਕਹਿਣ ਲੱਗੇ ਵੀ ਮਾਫੀ ਚਾਹੁੰਦੇ ਆ ਵੀ ਸਾਨੂੰ ਭੁੱਲ ਗਿਆ ਸੀ, ਤੈਨੂੰ ਨਾਲ ਨਹੀਂ ਲਿਜਾ ਸਕੇ। ਕਹਿੰਦੇ ਚਲੋ ਦੱਸੋ। ਅੰਨਾ ਕਹਿੰਦਾ ਉਹਨਾਂ ਨੂੰ ਕੀ ਖਾ ਕੇ ਆਏ ਹੋ? ਕਹਿਣ ਲੱਗੇ ਜੀ ਉੱਥੇ ਬਾਕੀ ਭੋਜਨ ਤਾਂ ਸਮਾਨ ਹੀ ਸੀ, ਬਸ ਇੱਕ ਖੀਰ ਸੀ ਜਿਹੜੀ ਬੜੀ ਵਧੀਆ ਸੀ। ਅੰਨੇ ਨੇ ਕਦੇ ਖੀਰ ਨਹੀਂ ਸੀ ਖਾਧੀ। ਕਹਿੰਦਾ ਉਹ ਖੀਰ ਕਿਹੋ ਜਿਹੀ ਹੁੰਦੀ ਹੈ? ਖੀਰ ਕਿਹੋ ਜਿਹੀ ਹੁੰਦੀ ਹੈ? ਕਦੇ ਖਾਧੀ ਨਹੀਂ ਸੀ ਉਹਨੇ। ਉਹ ਕਹਿਣ ਲੱਗੇ ਵੀ ਸਫੇਦ ਜਿਹੇ ਰੰਗ ਦੀ ਹੁੰਦੀ ਹੈ। ਹੁਣ ਅੰਨੇ ਨੇ ਕਿਹੜਾ ਚਿੱਟਾ ਰੰਗ ਵੇਖਿਆ ਸੀ ਵੀ ਸਫੇਦ ਕਿਹੋ ਜਿਹਾ ਹੁੰਦਾ? ਕਹਿੰਦਾ ਸਫੇਦ ਰੰਗ ਕਿਹੋ ਜਿਹਾ ਹੁੰਦਾ? ਨਾਲ ਇੱਕ ਬੈਠਾ ਸੀ, ਕਹਿੰਦੇ ਜਿਵੇਂ ਬਗਲਾ ਹੁੰਦਾ, ਬਗਲਾ ਸਫੇਦ ਰੰਗ ਦਾ ਹੁੰਦਾ। ਫਿਰ ਉਹ ਪੁੱਛਣ ਲੱਗਾ, ਕਹਿੰਦਾ ਵੀ ਇਹ ਜਿਹੜਾ ਬਗਲਾ ਤੁਸੀਂ ਕਹਿੰਦੇ ਹੋ ਕਿਹੋ ਜਿਹਾ ਹੁੰਦਾ? ਉਹਨੇ ਬਾਂਹ ਨੂੰ ਟੇਢਾ ਜਿਹਾ ਕਰਕੇ, ਹੱਥ ਟੇਢਾ ਕਰਕੇ ਉਹਦੇ ਹੱਥ 'ਚ ਫੜਾ ਕੇ ਕਹਿਣ ਲੱਗਾ ਇਦਾਂ ਟੇਢਾ ਜਿਹਾ ਹੁੰਦਾ। ਉਹ ਹੱਥ ਨਾਲ ਟੋਹ ਕੇ ਕਹਿੰਦਾ ਯਾਰ ਖੀਰ ਤਾਂ ਬੜੀ ਟੇਢੀ ਹੁੰਦੀ ਹੈ। ਖੀਰ ਤਾਂ ਬੜੀ ਟੇਢੀ ਹੁੰਦੀ ਹੈ, ਤਾਂ ਬੜੀ ਸਮੱਸਿਆ ਵਾਲੀ ਬਾਤ ਹੈ। ਕਹਿੰਦਾ ਇਤਨੀ ਟੇਢੀ ਹੁੰਦੀ ਹੈ ਖੀਰ? ਚੰਗਾ ਹੋਇਆ ਮੈਂ ਨਹੀਂ ਗਿਆ, ਨਹੀਂ ਤਾਂ ਮੈਨੂੰ ਵੀ ਖਾਣੀ ਪੈਂਦੀ। ਉੱਥੋਂ ਕਹਾਵਤ ਬਣੀ ਹੈ ਵੀ ਇਹ ਖੀਰ ਟੇਢੀ ਹੈ। ਆਮ ਕਰਕੇ ਆਪਾਂ ਕਹਾਵਤ ਨਹੀਂ ਸੁਣੀ, ਕਹਿੰਦੇ ਫਲਾਣੇ ਦੀ ਇਹ ਖੀਰ ਟੇਢੀ ਖੀਰ ਹੈ, ਇਦਾਂ ਨਹੀਂ ਖਾਧੀ ਜਾਣੀ। ਕਹਾਵਤ ਹੈ ਨਾ। ਹੁਣ ਉਹ ਸਮਝ ਹੀ ਨਹੀਂ ਸਕਦਾ ਤੇ ਉਹ ਸਮਝਾਉਣਾ ਚਾਹੁੰਦੇ ਸੀ ਵੀ ਇਦਾਂ ਦੀ ਹੈ, ਇਦਾਂ ਦੀ ਹੈ। ਦਰਅਸਲ ਉਹਨੂੰ ਸਮਝ ਉਦੋਂ ਪੈਂਦੀ ਜਦੋਂ ਖਾਂਦਾ, ਉਦਾਂ ਸਮਝ ਨਹੀਂ ਸੀ ਪੈਣੀ। ਸਾਡਾ ਸਾਰਾ ਤਾਣ, ਸਾਡਾ ਸਾਰਾ ਜ਼ੋਰ ਕਿਸੇ ਦੂਸਰੇ ਨੂੰ ਸਮਝਾਉਣ ਵਿੱਚ ਲੱਗਾ ਹੁੰਦਾ। ਉਹ ਨਾ ਵੀ ਸਮਝੇ, ਅਸੀਂ ਫਿਰ ਮੁੜ ਮੁੜ ਕੇ ਉਹਨੂੰ ਸਮਝਾਉਣਾ ਚਾਹੁੰਦੇ ਹਾਂ, ਮੁੜ ਮੁੜ ਕੇ ਕਿ ਜਿਹੜੇ ਰਾਹ ਮੈਂ ਟੁਰਿਆ ਤੂੰ ਵੀ ਚੱਲ। ਉਹ ਇਨਕਾਰ ਕਰੇ ਤੇ ਲੜਾਈ ਝਗੜਾ। ਸਾਨੂੰ ਜਿਸ ਤਰ੍ਹਾਂ ਦਾ ਚੰਗਾ ਲੱਗਦਾ ਕੋਈ ਰਸਤਾ, ਅਸੀਂ ਉਸੇ ਤੇ ਚੱਲ ਪੈਂਦੇ ਹਾਂ। ਮੈਨੂੰ ਇਹ ਗੱਲ ਚੰਗੀ ਲੱਗੀ, ਉੱਥੇ ਚੱਲ ਪਏ। ਐਸਾ ਨਹੀਂ ਹੁੰਦਾ। ਜੋ ਗੁਰੂ ਨੂੰ ਚੰਗਾ ਲੱਗਦਾ ਗੁਰਸਿੱਖ ਨੇ ਉਹ ਕਰਨਾ, ਜੋ ਮੈਨੂੰ ਚੰਗਾ ਲੱਗੇ ਉਹ ਨਹੀਂ, ਜੋ ਗੁਰੂ ਨੂੰ ਚੰਗਾ ਲੱਗੇ। ਜਿਹੜਾ ਗੁਰੂ ਦੇ ਭਾਣੇ 'ਚ ਚੱਲਦਾ, ਗੁਰੂ ਦੀ ਰਜ਼ਾ ਵਿੱਚ ਚੱਲਦਾ, ਉਹ ਸਿੱਖ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਇਹਨੂੰ ਅਨਵੈ ਕਰਕੇ ਅਰਥ ਕਰਾਂਗੇ। ਸੋ ਸਿੱਖ, ਸਿੱਖ ਉਹ ਹੈ ਕੌਣ ਜੀ? ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ ਵਿੱਚ ਰਹਿੰਦਾ, ਗੁਰੂ ਦੀ ਰਜ਼ਾ 'ਚ ਚੱਲਦਾ, ਹੁਕਮ 'ਚ ਚੱਲਦਾ, ਉਹ ਸਿੱਖ ਹੈ। ਔਰ ਇਹੋ ਜਿਹਾ ਜਿਹੜਾ ਸਿੱਖ ਹੈ ਉਹ ਮੇਰਾ ਸਖਾ ਮਿੱਤਰ ਵੀ ਹੈ, ਬੰਧਪ ਰਿਸ਼ਤੇਦਾਰ ਵੀ ਹੈ, ਭਾਈ ਭਰਾ ਵੀ ਹੈ। ਉਹ ਸਿੱਖ ਮੇਰਾ ਸਖਾ ਹੈ, ਰਿਸ਼ਤੇਦਾਰ ਹੈ, ਭਰਾ ਹੈ, ਜਿਹੜਾ ਗੁਰੂ ਦੇ ਭਾਣੇ 'ਚ ਚੱਲਦਾ, ਗੁਰੂ ਦੀ ਰਜ਼ਾ ਵਿੱਚ ਚੱਲਦਾ ਹੈ। ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ। ਜਿਹੜਾ ਆਪਣੇ ਭਾਣੇ 'ਚ ਚੱਲਦਾ ਨਾ, ਵੀ ਆਪਣੀ ਮਰਜ਼ੀ ਨਾਲ ਆਪ ਹੁਦਰੀਆਂ ਕਰਦਾ, ਇਹ ਭਾਈ ਉਹ ਪਰਮੇਸ਼ਰ ਦੇ ਦਰੋਂ ਵਿਛੜ ਕੇ ਜਨਮ ਤੇ ਮਰਨ ਦੇ ਚੱਕਰਾਂ ਵਿੱਚ ਭਟਕਦਾ ਹੋਇਆ ਦਰ ਬਦਰ ਚੋਟਾਂ ਖਾਂਦਾ ਹੈ।
ਜਿਹਨੇ ਆਪ ਆਪਣੀ ਮਰਜ਼ੀ ਕੀਤੀ, ਆਪ ਹੁਦਰੀ ਕੀਤੀ, ਗੁਰੂ ਦੀ ਰਜ਼ਾ 'ਚ ਨਹੀਂ ਟੁਰਿਆ, ਗੁਰੂ ਦੇ ਭਾਣੇ 'ਚ ਨਹੀਂ ਟੁਰਿਆ, ਆਪਣੀ ਮਰਜ਼ੀ ਕੀਤੀ। ਗੁਰੂ ਨੂੰ ਭਾਉਂਦਾ ਸੀ ਸਿੱਖਾ ਅੰਮ੍ਰਿਤ ਵੇਲੇ ਉੱਠ। ਇਹ ਉਦੋਂ ਉੱਠਦਾ ਰਿਹਾ ਜਦੋਂ ਸੂਰਜ ਨੇਜਾ ਨੇਜਾ ਚੜ ਜਾਂਦਾ ਸੀ। ਗੁਰੂ ਨੂੰ ਭਾਉਂਦਾ ਸੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਇਹਨੇ ਦੁਪਹਿਰ ਦੇ ਸਮੇਂ ਇਸ਼ਨਾਨ ਕੀਤਾ। ਗੁਰੂ ਨੂੰ ਭਾਇਆ ਸੀ ਬਾਣੀ ਪੜ੍ਹ। ਇਹਨੇ ਬਾਣੀ ਪੜ੍ਹਨ ਦੀ ਬਜਾਏ ਮਾੜੇ ਭੈੜੇ ਕੰਮ ਕੀਤੇ। ਗੁਰੂ ਨੂੰ ਭਾਉਂਦਾ ਸੀ ਕਿ ਤੂੰ ਗੁਰੂ ਘਰ ਜਾਇਆ ਕਰ। ਇਹਨੇ ਕਦੇ ਗੁਰੂ ਘਰ ਦੀ ਯਾਤਰਾ ਨਹੀਂ ਕੀਤੀ, ਨਹੀਂ ਆਇਆ। ਗੁਰੂ ਨੂੰ ਭਾਉਂਦਾ ਸੀ ਤੇ ਤੂੰ ਚੰਗੇ ਕੰਮ ਕਰ। ਇਹਨੇ ਕਦੇ ਚੰਗੇ ਕਰਮਾਂ 'ਚ ਪ੍ਰਵਿਰਤੀ ਨਹੀਂ ਹੋਣਾ ਕੀਤਾ। ਆਪਣੀਆਂ ਮਰਜ਼ੀਆਂ ਕੀਤੀਆਂ ਨੇ। ਤਾਂ ਇਹੋ ਜਿਹੇ ਜਿਹੜੇ ਬੰਦੇ ਐ ਉਹ ਪਰਮੇਸ਼ਰ ਦੇ ਦਰ ਤੋਂ ਵਿਛੜ ਕੇ ਜਨਮ ਜਨਮ ਦੀਆਂ ਚੱਕਰਾਂ ਦੇ ਵਿੱਚ ਭਟਕਦੇ ਚੋਟਾਂ ਖਾਂਦੇ ਨੇ। ਵਿਛੜ ਚੋਟਾਂ ਖਾਏ, ਪਰਮੇਸ਼ਰ ਦੇ ਘਰੋਂ ਵਿਛੜ ਕੇ ਉਹ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦੇ ਨੇ, ਭਰਮਦੇ ਹਨ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਇਹ ਭਾਈ ਸਤਿਗੁਰਾਂ ਤੋਂ ਬਿਨਾਂ ਯਾਦ ਰੱਖਿਓ ਕਦੇ ਵੀ ਕਿਸੇ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਈ, ਨਾ ਹੀ ਮਿਲਣਾ। ਜੇ ਕੋਈ ਆਖੇ ਕਿ ਮੈਨੂੰ ਸੁੱਖ ਚਾਹੀਦਾ ਤਾਂ ਗੁਰੂ ਤੋਂ ਬਿਨਾਂ ਸੁੱਖ ਪ੍ਰਾਪਤ ਨਹੀਂ ਹੋਣਾ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ। ਸਤਿਗੁਰਾਂ ਤੋਂ ਬਿਨਾਂ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ ਭਾਈ। ਫਿਰ ਪਛੋਤਾਵੈ। ਉਹਨਾਂ ਨੂੰ ਮੁੜ ਮੁੜ ਕੇ ਪਛਤਾਣਾ ਪਵੇਗਾ। ਫਿਰ ਪਛੋਤਾਵੈ ਦਾ ਮਤਲਬ ਉਹ ਪਛਤਾਉਂਦੇ ਰਹਿਣਗੇ ਜਿਹੜੇ ਗੁਰੂ ਤੋਂ ਵਿਹੂਣੇ ਹਨ। ਹਰਿ ਕੇ ਦਾਸ ਸੁਹੇਲੇ ਭਾਈ। ਹਰੀ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਦਾਸ ਨੇ ਉਹ ਸਦਾ ਹੀ ਸੁਹੇਲੇ ਨੇ, ਸਦਾ ਹੀ ਸੁਖੀ ਨੇ। ਉਹ ਸਦਾ ਹੀ ਸੁੱਖ 'ਚ ਰਹਿੰਦੇ ਆ। ਉਹਨਾਂ ਨੂੰ ਕਦੇ ਕੋਈ ਦੁੱਖ ਲੱਗਦਾ ਹੀ ਨਹੀਂ, ਦੁੱਖ ਵਿਆਪਦਾ ਹੀ ਨਹੀਂ। ਹਰੀ ਪਰਮੇਸ਼ਰ ਦੇ ਦਾਸ ਹੇ ਭਾਈ ਸਦਾ ਹੀ ਸੁਹੇਲੇ ਹਨ, ਸਦਾ ਹੀ ਸੁਖੀ ਹਨ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਿਲ ਬਿਖ ਪਾਪ ਤੇ ਦੁੱਖ ਸਤਿਗੁਰੂ ਜੀ ਕਿਰਪਾ ਕਰਕੇ ਕੱਟ ਦਿੰਦੇ ਹਨ। ਜਿਨ੍ਹਾਂ ਤੇ ਆਪ ਤਰਸ ਕਰਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਆਪਣੇ ਸਰੂਪ 'ਚ ਅਭੇਦ ਕਰ ਲੈਂਦੇ ਹਨ। ਆਪੇ ਮੇਲ ਮਿਲਾਈ, 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 ਆਪੇ ਮੇਲ ਮਿਲਾਈ। ਵਾਹਿਗੁਰੂ ਜੀ ਆਪ ਕਿਰਪਾ ਕਰਕੇ ਜਿਨ੍ਹਾਂ ਤੇ ਤਰਸ ਕਰਦੇ ਹਨ ਉਹਨਾਂ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦੇ ਹਨ। ਆਪ ਖੁਦ ਮਿਲਾਉਂਦੇ ਐ। ਆਪਣੇ ਵਿਚੋਲੇ ਹਰੀ ਪਰਮੇਸ਼ਰ ਜੀ ਆਪ ਹੀ ਨੇ। ਹਾਂਜੀ। ਰਹਾਉ ਇਹੋ ਕੁਟੰਬ ਸਭ ਜੀਵ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਆ ਜਿਹੜਾ ਕੁਟੰਬ ਹੈ ਜਿਹਦਾ ਮੋਹ ਜੀਵ ਆਪਣੇ ਹਿਰਦੇ 'ਚ ਚੁੱਕੀ ਬੈਠਾ ਹੈ, ਕੁਟੰਬ ਦਾ, ਟੱਬਰ ਦਾ, ਪਰਿਵਾਰ ਦਾ ਮੋਹ। ਇੱਕ ਉਹਨਾਂ ਵਿੱਚ ਰਹਿਣਾ ਹੁੰਦਾ, ਇੱਕ ਹੁੰਦਾ ਉਹਨਾਂ ਦਾ ਮੋਹ। ਵੀ ਹਰ ਵੇਲੇ ਹੀ ਦਿਮਾਗ 'ਚੋਂ ਹੀ ਚੱਲੀ ਜਾਣ, ਪਰਮੇਸ਼ਰ ਦਾ ਭਜਨ ਚੱਲੇ, ਇਹਨਾਂ ਨੂੰ ਮੋਹ ਕਹਿੰਦੇ। ਵੀ ਹਰ ਵੇਲੇ ਦਿਮਾਗ ਵਿੱਚ ਧੀਆਂ ਪੁੱਤ ਪਰਿਵਾਰ ਰਿਸ਼ਤੇਦਾਰ ਸਰਬੰਧੀ ਉਹੀ ਚੱਲੀ ਜਾਣ, ਉਹਨੂੰ ਮੋਹ ਕਹਿੰਦੇ। ਮੋਹ ਵਿੱਚ ਗਰਸਿਆ ਹੋਇਆ ਪ੍ਰਾਣੀ ਕਦੇ ਉਹਨਾਂ ਤੋਂ ਇਲਾਵਾ ਕਿਸੇ ਹੋਰ ਬਾਰੇ ਸੋਚਦਾ ਹੀ ਨਹੀਂ, ਕਿਸੇ ਹੋਰ ਪਾਸੇ ਉਹਦਾ ਧਿਆਨ ਹੀ ਨਹੀਂ ਜਾਂਦਾ। ਜਿਵੇਂ ਕੋਹਲੂ ਦਾ ਬਲਦ ਹੁੰਦਾ ਨਾ, ਵੀ ਉਹਦੇ ਆਲੇ ਦੁਆਲੇ ਹੀ ਘੁੰਮੀ ਜਾਂਦਾ। ਇਦਾਂ ਜਿਹੜਾ ਮੋਹ ਵਸ ਹੋਇਆ ਬੰਦਾ ਹੁੰਦਾ ਉਹ ਆਪਣੇ ਟੱਬਰ ਤੇ ਕੁਟੰਬ ਤੋਂ ਬਿਨਾਂ ਕੁਝ ਹੋਰ ਨਹੀਂ ਸੋਚ ਸਕਦਾ। ਤੇ ਸਾਡੇ ਸਮਾਜ ਵਿੱਚ ਇਹ ਵੇਖਣ ਵਿੱਚ ਬਹੁਤ ਥਾਵਾਂ ਤੇ ਤੁਸੀਂ ਵੇਖਿਆ ਹੋਣਾ ਕਿ ਜਿਨ੍ਹਾਂ ਨੇ ਕੇਵਲ ਆਪਣੇ ਟੱਬਰ ਵਾਲੇ ਪਾਸੇ ਹੀ ਮੋਹ ਰੱਖਿਆ,
ਉਹਨਾਂ ਨੇ ਆਪਣੇ ਨਾਲ ਦੀ ਉਹ ਆਲੇ ਦੁਆਲੇ ਦੇ ਜਿਤਨੇ ਉਹਨਾਂ ਦੇ ਸਾਥੀ ਸੀ ਸਭ ਨੂੰ ਉਜਾੜ ਕੇ ਰੱਖ ਦਿੱਤਾ। ਉਹਨਾਂ ਦੀ ਬਲੀ ਦੇ ਕੇ ਰੱਖ ਦਿੱਤੀ ਵੀ ਮੇਰਾ ਟੱਬਰ ਬਚਿਆ ਰਹੇ। ਚਾਹੇ ਵੱਡੀਆਂ ਵੱਡੀਆਂ ਉਹਨਾਂ ਦੀਆਂ ਸੰਸਥਾਵਾਂ ਸਨ, ਉਹ ਸੰਸਥਾਵਾਂ ਤੱਕ ਵੀ ਉਹਨਾਂ ਨੇ ਖਤਮ ਕਰ ਦਿੱਤੀਆਂ ਪਰਿਵਾਰਵਾਦ ਦੇ ਮੋਹ ਨਾਲ, ਕਿਉਂਕਿ ਉਹਨੇ ਹੋਰ ਕਿਸੇ ਪਾਸੇ ਸੋਚਣਾ ਹੀ ਨਹੀਂ। ਆਪਣੇ ਪਰਿਵਾਰ ਦੀ ਕੀਤੀ ਗਲਤੀ ਵੀ ਉਹਨੂੰ ਸਹੀ ਪ੍ਰਤੀਤ ਹੋਵੇਗੀ, ਕਿਉਂਕਿ ਮੋਹ ਹੈ। ਪਾਤਸ਼ਾਹ ਕਹਿੰਦੇ ਜਿਹੜਾ ਕੁਟੰਬ ਦਾ ਮੋਹ ਹੈ ਨਾ, ਟੱਬਰ ਦਾ, ਜੀਵ ਨੂੰ, ਇਸ ਜੀਵ ਲਈ ਬੰਧਨ ਹੈ। ਜੀ ਕੇ ਬੰਧਨ ਪਾਈ, ਇਹ ਬੰਧਨ ਹੈ, ਇਹਦੇ ਤੋਂ ਮੁਕਤ ਹੋਣਾ ਬੜਾ ਕਠਿਨ ਹੈ। ਭਰਮ ਭੁੱਲਾ ਸਹਿ ਸਾਰਾ, ਮਹਾਰਾਜ ਜੀ ਕਹਿੰਦੇ ਐਸੇ ਭਰਮ 'ਚ ਸਾਰਾ ਸੰਸਾਰ ਭੁੱਲਿਆ ਹੋਇਆ। ਐਸਾ ਨਹੀਂ ਕਿ ਇੱਕ ਦੋ ਕਿਸੇ ਚਾਰ ਜੀਵਾਂ ਦੇ ਹਿਰਦੇ 'ਚ ਮੋਹ ਹੋਵੇਗਾ ਕੁਟੰਬ ਦਾ। ਮਹਾਰਾਜ ਜੀ ਕਹਿੰਦੇ ਸਾਰਾ ਸੰਸਾਰ ਹੀ ਐਸੇ ਭਰਮ ਦੇ ਵਿੱਚ ਭੁੱਲਿਆ ਹੋਇਆ। ਮਹਾਰਾਜ ਜੀ ਦੇ ਬਚਨ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਇਹ ਸਾਡਾ ਨਿਤਨੇਮ ਹੈ, ਅਸੀਂ ਰੋਜ਼ ਪੜ੍ਹਦੇ ਹਾਂ। ਕਿਸ ਮੋਹ ਤੋਂ ਉੱਪਰ ਉੱਠਣਾ। ਹਾਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ, ਗ੍ਰਸਤੀਆਂ ਦੀਆਂ ਨਿਭਾਓ, ਪਰ ਹਰ ਵੇਲੇ ਉਹਨਾਂ ਦਾ ਹੀ ਮੋਹ, ਹਰ ਵੇਲੇ ਉਹਨਾਂ ਦੀ ਹੀ ਮਮਤਾ ਵਿੱਚ ਲੱਗ ਕੇ ਆਪਣਾ ਜੀਵਨ ਬਸਰ ਕਰਨਾ ਇਹ ਯੋਗ ਨਹੀਂ। ਪਸ਼ੂ ਵੀ ਕਿਸੇ ਕਿਸੇ ਤਰੀਕੇ ਤੱਕ ਪਹੁੰਚਦੇ ਆ, ਜਾਨਵਰ ਜਿਹੜੇ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਸક્ષਮ ਕਰਨ ਤੋਂ ਬਾਅਦ ਉਹਨਾਂ ਤੋਂ ਵੱਖਰੇ ਹੋ ਜਾਂਦੇ ਆ। ਹੁਣ ਇਹ ਉਡਾਰੂ ਹੋ ਗਏ। ਇੱਕ ਮਨੁੱਖ ਹੈ ਜਿਹੜਾ ਪਹਿਲਾਂ ਪੁੱਤਰ ਧੀਆਂ ਨੂੰ ਪਾਲਦਾ, ਫਿਰ ਅੱਗੇ ਉਹਨਾਂ ਦੇ ਬੱਚਿਆਂ ਨੂੰ ਵੀ ਪਾਲਦਾ, ਫਿਰ ਅੱਗੇ ਉਹਨਾਂ ਦੇ ਬੱਚਿਆਂ ਦੀ ਵੀ ਫਿਕਰ ਕਰਦਾ। ਇਕੱਲਾ ਮਨੁੱਖ ਹੀ ਹੈ। ਇਤਨੀ ਮੋਹ ਦੀ ਤੰਦ ਕਿ ਮੋਹ ਦੇ ਵਿੱਚ ਵਸੀਕਾਰ ਹੋਇਆ ਹਮੇਸ਼ਾ ਉੱਥੇ ਹੀ ਕੇਂਦਰਿਤ, ਕੋਹਲੂ ਦੇ ਬੈਲ ਵਾਂਗੂ। ਮਹਾਰਾਜ ਜੀ ਕਹਿੰਦੇ ਬੰਧਨ ਹੈ। ਇਸ ਬੰਧਨ ਤੋਂ ਵੀ ਮੁਕਤ ਹੋਣ ਦਾ ਯਤਨ ਕਰਨਾ। ਭਰਮ ਭੁੱਲਾ ਸਹਿ ਸਾਰਾ, ਇਹੋ ਜਿਹੇ ਭਰਮ ਦੇ ਵਿੱਚ ਸਾਰਾ ਸੰਸਾਰ ਭੁੱਲਿਆ ਹੋਇਆ ਹੈ। ਬਿਨ ਗੁਰ ਬੰਧਨ ਟੂਟਹਿ ਨਾਹੀ, ਗੁਰਮੁਖ ਮੋਖ ਦੁਆਰਾ। ਗੁਰੂ ਤੋਂ ਬਿਨਾਂ ਬੰਧਨ ਨਹੀਂ ਟੁੱਟਦਾ। ਭਰਮ ਕੱਲਾ ਮਨੁੱਖ ਨੂੰ ਕਹਿਣਾ ਪੈਂਦਾ ਵੀ ਤੂੰ ਆਪਣੇ ਧਰਮ ਦੀ ਪਛਾਣ ਕਰ, ਵੀ ਤੇਰਾ ਧਰਮ ਕੀ ਹੈ। ਕਿਸੇ ਪਸ਼ੂ ਨੂੰ ਨਹੀਂ ਕਹਿਣਾ ਪੈਂਦਾ। ਪਸ਼ੂਆਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਧਰਮ ਦਾ ਬੋਧ ਹੈ। ਮਾਸ ਖਾਣ ਵਾਲੇ ਪਸ਼ੂ ਨੂੰ ਤੁਸੀਂ ਹਫ਼ਤਾ ਭੁੱਖਾ ਰੱਖੋ, ਇੱਕ ਹਫ਼ਤੇ ਬਾਅਦ ਉਹਦੇ ਅੱਗੇ ਘਾਹ ਸੁੱਟ ਦਿਓ ਵੀ ਖਾਵੇ, ਉਹ ਕਦੇ ਨਹੀਂ ਖਾਏਗਾ, ਕਿਉਂਕਿ ਉਹਦਾ ਧਰਮ ਹੀ ਨਹੀਂ ਹੈ। ਉਹਦਾ ਧਰਮ ਮਾਸ ਖਾਣ ਦਾ ਹੈ। ਘਾਹ ਖਾਣ ਵਾਲੇ ਕਿਸੇ ਸ਼ਾਕਾਹਾਰੀ ਜਾਨਵਰ ਨੂੰ ਹਫ਼ਤਾ 10 ਦਿਨ ਭੁੱਖਾ ਰੱਖੋ, ਉਹਦੇ ਸਾਹਮਣੇ ਤੁਸੀਂ ਮਾਸ ਰੱਖ ਦਿਓ, ਨਹੀਂ ਖਾਂਦਾ, ਉਹਦਾ ਧਰਮ ਨਹੀਂ ਹੈ। ਭਾਵੇਂ ਮਰਦਾ ਇੱਕ ਮਨੁੱਖ ਹੈ, ਜਿਹਦੇ ਅੱਗੇ ਜੋ ਰੱਖ ਦਿਓ ਇਹਨੇ ਸਭ ਕੁਝ ਲਪੇਟ ਜਾਣਾ। ਇਹਦੇ ਵਾਸਤੇ ਇਹਦੇ ਅੰਦਰ, ਕਿਉਂਕਿ ਇਹਦਾ ਕੋਈ ਇੱਕ ਧਰਮ ਨਹੀਂ ਹੈ। ਉਰੇ ਜਿੰਨੇ ਪ੍ਰਵਚਨ ਹੋ ਰਹੇ ਨੇ ਮਨੁੱਖ ਵਾਸਤੇ ਹੁੰਦੇ, ਕਿਸੇ ਪਸ਼ੂ ਨੂੰ ਜਾਨਵਰ ਵਾਸਤੇ ਤਾਂ ਨਹੀਂ ਕੋਈ ਕਥਾ ਕੀਰਤਨ ਹੁੰਦਾ, ਕਿਉਂਕਿ ਉਹਨਾਂ ਨੂੰ ਆਪੋ ਆਪਣਾ ਸਾਰਿਆਂ ਨੂੰ ਧਰਮ ਪਤਾ ਹੈ ਵੀ ਸਾਡਾ ਧਰਮ ਹੈ, ਅਸੀਂ ਇਹਦੇ 'ਚ ਰਹਿਣਾ। ਮਨੁੱਖ ਜਾਣਦਾ ਹੋਇਆ ਵੀ ਅਣਜਾਣ ਹੋ ਕੇ ਆਪਣੇ ਧਰਮ ਤੋਂ ਬਾਹਰ ਹੋ ਕੇ ਚੱਲਦਾ, ਯਾਨੀ ਕਿ ਜਿਹਨੂੰ ਕਹਿੰਦੇ ਨਾ ਆਪਣੀ ਮਰਜ਼ੀ ਕਰਦਾ, ਆਪ ਹੁਦਰੀ ਕਰਦਾ। ਕੁੱਤਿਆਂ ਦਾ ਇੱਕ ਦਲ ਸੀ, ਸਮੁਦਾਇ ਸੀ, ਉਹਨਾਂ ਵਿੱਚੋਂ ਇੱਕ ਕੁੱਤਾ ਉਹਨਾਂ ਤੋਂ ਬਾਗੀ ਹੋਇਆ ਤੇ ਉਹਨਾਂ ਨੇ ਆਖਿਆ ਚੱਲ ਵੀ ਇੱਥੋਂ ਨਿਕਲ ਜਾ,
ਵੀ ਅਸੀਂ ਤੇਰੇ ਨਾਲੋਂ ਸਾਂਝ ਤੋੜਦੇ ਆ, ਵੀ ਮੁੜ ਕੇ ਤੂੰ ਸਾਡੇ ਇਸ ਸਮੁਦਾਇ ਵਿੱਚ, ਸਾਡੇ ਇਸ ਸੰਘ ਵਿੱਚ ਵਾਪਸ ਨਾ ਆ ਜਾਈਂ। ਉਹ ਚਲਾ ਗਿਆ, ਅਗਲੇ ਦਿਨ ਹੀ ਵਾਪਸ ਆ ਗਿਆ। ਉਹ ਕਹਿਣ ਲੱਗੇ ਤੂੰ ਫੇਰ ਆ ਗਿਆ? ਉਹ ਕਹਿੰਦਾ ਜੋ ਕੁੱਤਾ ਜੋ ਹੋਇਆ ਮੈਂ ਵਾਪਸ ਆ ਗਿਆ। ਉਹ ਕਹਿੰਦੇ ਅਸੀਂ ਮਨੁੱਖ ਥੋੜੀ ਆ ਵੀ ਤੂੰ ਇੱਕ ਵਾਰੀ ਸਾਨੂੰ ਛੱਡ ਕੇ ਜਾਵੇਂ, ਤੈਨੂੰ ਅਸੀਂ ਆਪਣੇ ਵਿੱਚੋਂ ਕੱਢ ਦਈਏ ਤੇ ਤੈਨੂੰ ਦੁਬਾਰਾ ਆਪਸ ਵਿੱਚ ਰਲਾ ਲਈਏ। ਅਸੀਂ ਮਨੁੱਖ ਨਹੀਂ ਹਾਂ, ਅਸੀਂ ਕੁੱਤੇ ਹੁੰਨੇ ਆ। ਤੂੰ ਇੱਕ ਵਾਰੀ ਕੱਢ ਦਿੱਤਾ, ਸਾਡੇ ਦਲ ਚੋਂ ਚਲਾ ਗਿਆ ਛੱਡ ਕੇ, ਤੇ ਮੁੜ ਕੇ ਫੇਰ ਇੱਥੇ ਆ ਜਾਵੇਂ, ਐਸਾ ਧਰਮ ਸਾਡਾ ਨਹੀਂ ਹੈ। ਯਾਨੀ ਕਿ ਜਾਨਵਰ ਨੂੰ, ਪਸ਼ੂ ਨੂੰ ਆਪਣੇ ਧਰਮ ਦਾ ਪਤਾ ਹੈ, ਮਨੁੱਖ ਨੂੰ ਆਪਣੇ ਬੋਧ, ਮੇਰਾ ਧਰਮ ਕੀ ਹੈ, ਕਰਮ ਕੀ ਹੈ, ਇਹਦਾ ਬੋਧ ਨਹੀਂ। ਇਸ ਕਰਕੇ ਮਨੁੱਖ ਨੂੰ ਬਾਰ-ਬਾਰ ਕਹਿਣਾ ਪੈਂਦਾ, ਇਹਨੂੰ ਬਾਰ-ਬਾਰ ਸੁਚੇਤ ਕਰਨਾ ਪੈਂਦਾ, ਇਹਨੂੰ ਬਾਰ-ਬਾਰ ਸਾਵਧਾਨ ਕਰਨ ਵਾਸਤੇ ਧਰਮ ਸ਼ਾਸਤਰ ਮਹਾਂਪੁਰਸ਼ਾਂ ਨੇ ਆਪਣੇ ਮੁਖਾਰ ਬਿੰਦ ਚੋਂ ਪਾਵਨ ਵਾਕ ਕਹੇ ਨੇ, ਬਚਨ ਕਹੇ ਨੇ। ਤੋ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਤੂੰ ਇਹ ਕਿਹੜੇ ਬੰਧਨਾਂ 'ਚ ਪਿਆ ਹੋਇਆ? ਆਪਣਾ ਧਰਮ ਪਛਾਣ, ਤੇਰਾ ਧਰਮ ਕੀ ਹੈ, ਤੇਰਾ ਕਰਮ ਕੀ ਹੈ। ਔਰ ਗੁਰੂ ਤੋਂ ਬਿਨਾਂ ਤੇਰੇ ਬੰਧਨ ਨਹੀਂ ਟੁੱਟਣੇ। ਉਹਨੂੰ ਪਛਾਣਨ ਲਈ ਤੇਰਾ ਧਰਮ ਕੀ ਹੈ, ਤੈਨੂੰ ਗੁਰੂ ਦੀ ਸ਼ਰਨ 'ਚ ਆਉਣਾ ਪਵੇਗਾ। ਬਿਨ ਗੁਰ ਬੰਧਨ ਟੁੱਟਹਿ ਨਾਹੀ, ਗੁਰੂ ਤੋਂ ਬਿਨਾਂ ਬੰਧਨ ਨਹੀਂ ਟੁੱਟਣੇ। ਗੁਰਮੁਖ ਮੋਖ ਦੁਆਰਾ, ਗੁਰੂ ਦੇ ਮੁਖ ਦੁਆਰਾ, ਇਹ ਸਮਝ ਲੈ ਜਿਹੜਾ ਗੁਰੂ ਦਾ ਮੁਖ ਹੈ ਤੇਰੇ ਲਈ ਮੁਕਤੀ ਦਾ ਦਰਵਾਜ਼ਾ ਹੈ। ਹੁਣ ਗੁਰੂ ਨਾਨਕ ਸਾਹਿਬ ਦਾ ਮੁਖ ਕਿਹੜਾ? ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਖ ਕਿਹੜਾ? ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਖ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਔਰ ਇਹ ਮੁਕਤੀ ਦਾ ਦਰਵਾਜ਼ਾ ਹੈ। ਗੁਰੂ ਕਿਆ ਮੁਖ, ਇੱਥੇ ਮਹਾਰਾਜ ਜੀ ਕਹਿੰਦੇ ਗੁਰਮੁਖ ਮੋਖ ਦੁਆਰਾ, ਜਿਹੜਾ ਗੁਰੂ ਦਾ ਮੁਖ ਹੈ ਉਹ ਮੁਕਤੀ ਦਾ ਦਰਵਾਜ਼ਾ ਹੈ, ਤੇ ਗੁਰੂ ਦਾ ਮੁਖ ਹੈ ਗੁਰੂ ਕੀ ਬਾਣੀ। ਜਿਹੜਾ ਇਸ ਬਾਣੀ ਨੂੰ ਪੜ੍ਹੇਗਾ, ਇਸ ਬਾਣੀ ਨੂੰ ਸੁਣੇਗਾ, ਬਾਣੀ ਨਾਲ ਜੁੜੇਗਾ, ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵੇਗਾ, ਮੁਕਤ ਅਵਸ਼ ਹੋਵੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਇਹ ਮੁਕਤੀ ਦਾ ਦਰਵਾਜ਼ਾ ਹੈ। ਸਤਿਗੁਰਾਂ ਦੇ ਬਚਨ ਮੁਕਤੀ ਦਾ ਦਰਵਾਜ਼ਾ ਹੈ, ਇਹਦੇ ਵਿੱਚੋਂ ਹੀ ਮੋਕਸ਼ ਦੀ ਪ੍ਰਾਪਤੀ ਹੋਣੀ ਹੈ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ, ਮਰ ਜਨਮ ਹੈ ਵਾਰੋ ਵਾਰਾ। ਜਿਹੜੇ ਕਰਮ ਕਰਦੇ ਨੇ ਪਰ ਗੁਰੂ ਕੇ ਸ਼ਬਦ ਦੀ ਪਛਾਣ ਨਹੀਂ ਕਰਦੇ। ਕਰਮ ਕਰਦੇ, ਕਹਿੰਦੇ ਜੀ ਕੰਮ ਚੰਗੇ ਕਰਨੇ ਚਾਹੀਦੇ ਨੇ, ਗੁਰੂ ਵਾਲਾ ਹੋਣਾ ਜ਼ਰੂਰੀ ਥੋੜੀ ਹੈ। ਉਹਨਾਂ ਲਈ ਜਵਾਬ ਹੈ ਕਿ ਕਰਮ ਕਰਦੇ ਨੇ ਪਰ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ। ਇਹੋ ਜਿਹੇ ਲੋਕ ਮਰ ਜਨਮ ਹੈ ਵਾਰੋ ਵਾਰਾ, ਉਹ ਮਰ ਕੇ ਜੰਮਦੇ ਨੇ, ਫਿਰ ਮਰਦੇ ਨੇ, ਫਿਰ ਜੰਮਦੇ ਨੇ, ਫਿਰ ਮਰਦੇ ਨੇ। ਇੱਦਾਂ ਆਵਾਗਾਉਣ ਦੇ ਚੱਕਰਾਂ ਵਿੱਚ ਭਟਕਦੇ ਰਹਿੰਦੇ ਹਨ, ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਏ ਨਾ ਕਿਸੀ ਕੇਰਾ। ਆ ਮੇਰਾ ਹਉ ਹੰਗਤਾ, ਇਹਦੇ ਵਿੱਚ ਜੀਵ ਜਿਹੜਾ ਹੈ ਉਹ ਪਲਚ ਰਿਹਾ ਹੈ। ਪਲਚ ਦਾ ਮਤਲਬ ਇਹਦੇ 'ਚ ਲੱਗਿਆ ਹੋਇਆ, ਪਰ ਸੱਚਾਈ ਇਹ ਹੈ ਵੀ ਇਹਦੇ ਵਿੱਚੋਂ ਕੁਝ ਵੀ ਕਿਸੇ ਦਾ ਨਹੀਂ। ਕੋਈ ਨਾ ਕਿਸੇ ਹੀ ਕੇਰਾ, ਕੋਈ ਕਿਸੇ ਦਾ ਨਹੀਂ। ਬੰਦੇ ਦੇ ਮਨ 'ਚ ਭੁਲੇਖਾ ਹੀ ਹੈ ਵੀ ਆ ਮੈਂ ਹਾਂ, ਇਹ ਮੇਰਾ ਹੈ, ਬਸ ਇਹਦੇ ਵਿੱਚ ਪਲਚਿਆ ਹੋਇਆ, ਉਲਝਿਆ ਹੋਇਆ। ਸੱਚਾਈ ਇਹ ਹੈ ਵੀ ਇਹਦੇ ਵਿੱਚ ਕੁਝ ਵੀ ਇਹਦਾ ਨਹੀਂ ਹੈ। ਹਾਂਜੀ। ਗੁਰਮੁਖ ਮਹਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਜਿਹੜੇ ਗੁਰਮੁਖ ਨੇ ਉਹ ਆਪਣੇ ਸਵਰੂਪ ਰੂਪੀ ਮਹਿਲ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਐ। ਨਿਜ ਘਰ ਹੋਏ ਬਸੇਰਾ, ਆਪਣੇ ਨਿਜ ਘਰ ਦੇ ਵਿੱਚ, ਨਿਜ ਆਤਮ ਸਵਰੂਪ ਵਿੱਚ ਗੁਰਮੁਖ ਵਸਦੇ ਹਨ। ਐਥੈ ਬੂਝੈ ਸੋ ਆਪ ਪਛਾਣੈ, ਹਾਰ ਪ੍ਰਭ ਹੈ ਤਿਸ ਕੇਰਾ। ਜਿਹੜੇ ਇੱਥੇ ਬੁੱਝ ਲੈਂਦੇ ਨੇ ਕਿ ਮੇਰਾ ਸਵਰੂਪ ਕੀ ਹੈ, ਉਹੀ ਆਪਣੇ ਆਪੇ ਨੂੰ ਪਛਾਣਦੇ ਨੇ। ਜਿਹੜੇ ਆਪਣੇ ਆਪੇ ਨੂੰ ਪਛਾਣ ਲੈਂਦੇ ਨੇ, ਰੱਬ ਉਹਨਾਂ ਦਾ ਹੋ ਜਾਂਦਾ ਹੈ, ਹਰੀ ਪ੍ਰਭੂ ਉਹਨਾਂ ਦਾ ਹੋ ਜਾਂਦਾ ਹੈ।
ਸਤਿਗੁਰੂ ਸਦਾ ਦਇਆਲ ਹੈ ਭਾਈ, ਬਿਨ ਭਾਗਾ ਕਿਆ ਪਾਈਐ। ਇਹ ਭਾਈ ਸਤਿਗੁਰੂ ਸਦਾ ਹੀ ਦਿਆਲ ਹੈ। ਸਤਿਗੁਰੂ ਜੀ ਸਦਾ ਹੀ ਦਇਆ ਕਰਦੇ ਹਨ, ਪਰ ਬਿਨਾਂ ਭਾਗਾਂ ਤੋਂ ਕਿਵੇਂ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿਗੁਰ ਸਦਾ ਦਇਆਲ ਹੈ ਭਾਈ, ਸਤਿਗੁਰੂ ਸਦਾ ਹੀ ਦਿਆਲ ਹੈ। ਇੱਕ ਕਵੀ ਕਹਿੰਦਾ ਕਲਗੀਧਰ ਦੇ ਸਨਮੁਖ ਆ ਕੇ, ਕਵੀ ਦਾ ਨਾਮ ਹੈ ਕਵੀ ਸੁਦਾਮਾ। 52 ਕਵੀ ਸੀ ਮਹਾਰਾਜ ਜੀ ਦੇ, ਉਹਨਾਂ 52 ਕਵੀਆਂ ਚੋਂ ਇੱਕ ਕਵੀ ਹੋਇਆ ਕਵੀ ਸੁਦਾਮਾ। ਮਹਾਰਾਜ ਇੱਕ ਰਾਜਾ ਭੋਜ ਹੋਇਆ, ਰਾਜਾ ਭੋਜ। ਕਹਾਵਤ ਹੈ ਉਹਦੇ ਬਾਬਤ, ਕਿੱਥੇ ਗੰਗੂ ਤੇਲੀ ਤੇ ਕਿੱਥੇ ਰਾਜਾ ਭੋਜ। ਬੜਾ ਵੱਡਾ ਰਾਜਾ ਸੀ, ਤਾਂ ਹੀ ਕਹਿੰਦੇ ਆ ਨਾ ਵੀ ਬੜੀ ਵੱਡੀ ਪਦਵੀ ਸੀ ਉਹਦੀ। ਉਹ ਕਦੇ ਕਦੇ ਮਹੀਨੇ 2 ਮਹੀਨਿਆਂ ਵਿੱਚ ਮੌਜ ਵਿੱਚ ਆਉਂਦਾ ਸੀ। ਜਿਸ ਦਿਨ ਮੌਜ ਵਿੱਚ ਆਉਂਦਾ ਸੀ ਨਾ, ਉਸ ਦਿਨ ਬੜਾ ਹੀ ਦਾਨ ਕਰਨਾ ਉਹਨੇ, ਸਾਰਾ ਦਿਨ ਹੀ ਦਾਨ ਕਰਨਾ, ਖਜ਼ਾਨੇ ਲੁਟਾ ਦੇਣੇ, ਲੋਕਾਂ ਨੂੰ ਮਾਲੋ ਮਾਲ ਕਰ ਦੇਣਾ ਵੀ ਅੱਜ ਰਾਜੇ ਭੋਜ ਦੀ ਮੌਜ ਹੈ। ਲੋਕ ਅਰਦਾਸਾਂ ਕਰਦੇ ਸੀ ਵੀ ਛੇਤੀ ਰਾਜਾ ਭੋਜ ਮੌਜ ਵਿੱਚ ਆਵੇ, ਤੇ ਮਹੀਨੇ 2 ਮਹੀਨਿਆਂ 'ਚ ਕਦੇ ਕਿਤੇ ਇੱਕ ਦਿਨ ਉਹਨੇ ਮੌਜ ਵਿੱਚ ਆਉਣਾ। ਤੇ ਕਵੀ ਜੀ ਕਹਿੰਦੇ ਕਲਗੀਧਰ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਦੇ ਆ, ਮਹਾਰਾਜ ਹੇ ਕਲਗੀਧਰ ਸੁਆਮੀ, ਭੋਜ ਹੂ ਕੀ ਮੌਜ ਰੋਜ਼ ਰੋਜ਼ ਦੇਖੀਅਤ ਹੈ। ਹੇ ਦਸ਼ਮੇਸ਼ ਪਿਤਾ, ਉਹ ਰਾਜਾ ਭੋਜ ਕਦੇ ਕਿਤੇ ਮੌਜ ਵਿੱਚ ਆਉਂਦਾ ਸੀ, ਪਰ ਜਦੋਂ ਤੁਹਾਡੇ ਚਰਨਾਂ ਚਾਹੀਦਾ ਤੁਸੀਂ ਰੋਜ਼ ਹੀ ਮੌਜ ਵਿੱਚ ਹੁੰਦੇ ਹੋ। ਰੋਜ਼ ਹੀ, ਹਰ ਵੇਲੇ ਹੀ, ਜਦੋਂ ਕੋਈ ਆਵੇ ਉਹਦੀਆਂ ਝੋਲੀਆਂ ਭਰ ਕੇ ਉਹਨੂੰ ਟੋਰਦੇ ਹੋ। ਇਹ ਨਹੀਂ ਵੀ ਕਦੇ ਕਦੇ। ਇੱਥੇ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਮੇਰਾ ਸਤਿਗੁਰੂ ਸਦਾ ਹੀ ਦਿਆਲ ਹੈ। ਸਤਿਗੁਰੂ ਸਦਾ ਦਇਆਲ ਹੈ ਭਾਈ। ਸਤਿਗੁਰੂ ਜੀ ਸਦਾ ਹੀ ਦਿਆਲ ਹਨ ਭਾਈ, ਪਰ ਵਿਣ ਭਾਗਾ ਕਿਆ ਪਾਈਐ। ਜੇ ਭਾਗ ਹੀ ਨਹੀਂ ਤੇ ਕੀ ਮਿਲੇਗਾ? ਭਾਗਾਂ ਬਿਨਾਂ ਥੋੜੀ ਲੱਭਦਾ ਕੁਝ, ਭਾਗਾਂ ਬਿਨਾਂ ਤਾਂ ਨਹੀਂ ਕੁਝ ਪ੍ਰਾਪਤ ਹੁੰਦਾ। ਬਿਨਾਂ ਭਾਗਾਂ ਤੋਂ ਡੱਲੇ ਨੇ ਰੋਜ਼ ਮਹਾਰਾਜ ਜੀ ਨੂੰ ਕਹਿਣਾ, ਸਤਿਗੁਰੂ ਜੀ ਚਰਨਾਂ 'ਚ ਥਾਂ ਬਖਸ਼ ਦਿਓ ਪੀੜੀ ਜਿੰਨੀ। ਮਹਾਰਾਜ ਜੀ ਕਹਿੰਦੇ ਚੱਲ ਡੱਲਿਆ ਆਪਾਂ ਦਿੱਲੀ ਨੂੰ ਚੱਲੀਏ, ਤੈਨੂੰ ਰਾਜ ਲੈ ਦਿੰਦੇ ਆ। ਡੱਲੇ ਨੇ ਕਹਿਣਾ ਮਹਾਰਾਜ ਜੀ ਮੈਂ ਕੀ ਕਰਨਾ, ਰਾਜ ਮੇਰਾ ਇੱਥੇ ਇਲਾਕੇ 'ਚ, ਬਠਿੰਡੇ ਦੇ ਇਲਾਕੇ 'ਚ ਰਾਜ ਹੈ, ਇੰਨਾ ਹੀ ਕਾਇਮ ਰਹੇ। ਸਤਿਗੁਰੂ ਜੀ ਕਹਿੰਦੇ ਚੱਲ ਚੱਲੀਏ ਆਪਾਂ ਦੱਖਣ ਨੂੰ ਜਾਣਾ। ਚੱਲ ਪਿਆ। ਇਧਰੋਂ ਮਾਨਸਾ ਤੋਂ ਥੋੜਾ ਜਿਹਾ ਅੱਗੇ ਇੱਕ ਨਗਰ ਆਉਂਦਾ ਝੰਡਾ, ਉੱਥੇ ਕਲਗੀਧਰ ਜੀ ਨੇ ਪੜਾਅ ਕੀਤਾ। ਤੇ ਰਸਤੇ ਵਿੱਚ ਆਉਂਦਿਆਂ ਰੋਜ਼ ਹੀ ਡੱਲੇ ਨੇ ਕਹਿਣਾ ਮਹਾਰਾਜ ਚਰਨਾਂ 'ਚ ਥਾਂ ਦੇ ਦਿਓ। ਪਾਤਸ਼ਾਹ ਕਹਿੰਦੇ ਕੋਈ ਨਹੀਂ ਡੱਲਿਆ, ਸਮਾਂ ਆਵੇਗਾ। ਇੱਕ ਦਿਨ ਰਾਤ ਦਾ ਵੇਲਾ ਤੇ ਡੱਲੇ ਨੇ ਵੇਖਿਆ ਵੀ ਇਹ ਪਤਾ ਨਹੀਂ ਖਬਰੇ ਕਿੱਧਰ ਲੈ ਜਾਣ। ਰਾਤ ਨੂੰ ਹੀ ਸਤਿਗੁਰਾਂ ਦੇ ਤੰਬੂ ਦੀ ਪਰਿਕਰਮਾ ਕੀਤੀ, ਬਿਨਾਂ ਦੱਸਿਆਂ ਤੇ ਦਮਦਮਾ ਸਾਹਿਬ ਨੂੰ ਵਾਪਸ ਦੌੜ ਗਿਆ। ਅੰਮ੍ਰਿਤ ਵੇਲਾ ਹੋਇਆ ਤੇ ਕਲਗੀਧਰ ਸੁਆਮੀ ਜੀ ਉੱਠੇ ਤੇ ਮਨ 'ਚ ਅੱਜ ਖੁਸ਼ਾ ਆਇਆ ਸਤਿਗੁਰਾਂ ਦੇ। ਕਹਿੰਦੇ ਡੱਲਾ ਰੋਜ਼ ਮੰਗਦਾ ਤੇ ਅੱਜ ਉਹਦੇ ਤੇ ਕਿਰਪਾ ਕਰ ਦਈਏ। ਆਵਾਜ਼ ਮਾਰੀ, ਡੱਲਿਆ ਆ ਜਾ। ਰੋਜ਼ ਹੀ ਮੰਗਦਾ ਸੀ ਸੱਚਖੰਡ 'ਚ ਚਰਨਾਂ 'ਚ ਥਾਂ, ਆ ਜਾ ਤੈਨੂੰ ਰਾਜ ਹੀ ਦੇ ਦਈਏ ਸੱਚਖੰਡ ਦਾ। ਹੁਣ ਡੱਲਾ ਬਾਹਰ ਹੋਵੇ ਤੇ ਸੁਣੇ, ਬਾਹਰ ਇੱਕ ਮੁਸਲਮਾਨ ਪੀਰ ਬੈਠਾ ਸੀ। ਉਹ ਬੋਲਿਆ ਮਹਾਰਾਜ ਡੱਲਾ ਨਾ ਮੱਲਾ, ਪੀਰ ਇਕੱਲਾ। ਮਹਾਰਾਜ ਡੱਲਾ ਮੱਲਾ ਕੋਈ ਨਹੀਂ ਜੇ ਇੱਥੇ ਚਲਾ ਗਿਆ, ਪੀਰ ਇਕੱਲਾ। ਤੁਸੀਂ ਯਾਨੀ ਕਿ ਇਕੱਲੇ ਹੀ ਹੋਣ ਇਸ ਵੇਲੇ ਇੱਥੇ।
ਤੇ ਮੇਰੇ ਸਾਹਿਬ ਕਹਿੰਦੇ ਪੀਰ ਕਿਉਂ ਕੱਲਾ, ਪੀਰ ਨਾਲ ਅੱਲਾ। ਅਸੀਂ ਕਿਉਂ ਕੱਲੇ, ਸਾਡੇ ਨਾਲ ਅੱਲਾ। ਮਹਾਰਾਜ ਜੀ ਕਹਿੰਦੇ ਰੋਜ਼ ਮੰਗਦਾ ਸੀ ਡੱਲਾ, ਅੱਜ ਦੇਣ ਲੱਗੇ ਆ ਤੇ ਉਹਦੇ ਭਾਗਾਂ 'ਚ ਹੀ ਨਹੀਂ ਸੀ, ਕਿਉਂਕਿ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਭਾਗਾਂ ਕਾ ਉਦੋ ਹੋਏ, ਜੋ ਭਾਗ ਨੇ ਉਹ ਮਿਲਦਾ। ਸਤਿਗੁਰੂ ਜੀ ਤਾਂ ਸਦਾ ਹੀ ਦਿਆਲ ਨੇ। ਆ ਸਰੋਵਰ ਤੋਂ ਅਸੀਂ ਜਲ ਭਰੀਏ, ਜਿੰਨੇ ਕੁ ਬਰਤਨ ਵਿੱਚ ਜਾ ਕੇ ਪਾਵਾਂਗੇ, ਜਿੰਨਾ ਕੁ ਲੈ ਕੇ ਜਾਵਾਂਗੇ, ਉਹਨੇ ਤੇ ਉਹਨਾਂ ਭਰ ਦੇਣਾ ਨਾ। ਹੁਣ ਇਹ ਸਾਡੇ ਤੇ ਨਿਰਭਰ ਹੈ ਵੀ ਅਸੀਂ ਕਿੰਨਾ ਕੁ ਭਾਂਡਾ ਲੈ ਕੇ ਚੱਲੇ ਆ। ਕਿਸੇ ਨੇ 2 ਸੇਰ ਪਾਣਾ, ਕਿਸੇ ਨੇ 4। ਤੇ ਸਾਡੇ ਭਾਗ ਕਿਹੋ ਜਿਹੇ ਨੇ, ਉਹਨਾਂ ਭਾਗਾਂ ਮੁਤਾਬਕ ਵਾਹਿਗੁਰੂ ਪਰਮੇਸ਼ਰ ਦੇ ਘਰੋਂ ਮਿਲੀ ਜਾਂਦਾ। ਸਤਿਗੁਰੂ ਸਦਾ ਹੀ ਦਿਆਲ ਨੇ, ਸਦਾ ਹੀ। ਪਰ ਭਾਗਾਂ ਤੋਂ ਬਿਨਾਂ ਨਹੀਂ ਕੁਝ ਪ੍ਰਾਪਤ ਹੁੰਦਾ। ਬਿਨ ਭਾਗਾਂ ਕਿਆ ਪਾਈਐ। ਹੇ ਭਾਈ, ਭਾਗਾਂ ਤੋਂ ਬਿਨਾਂ ਕੀ ਪ੍ਰਾਪਤ ਕਰੀਏ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤੇਹਾ ਫਲ ਪਾਈਐ। ਮੇਰੇ ਸਾਹਿਬ ਜੀ ਇੱਕੋ ਜਿਹੀ ਨਿਗਾਹ ਕਰਕੇ ਵੇਖਦੇ ਸਾਰਿਆਂ ਤੇ, ਕਿਸੇ ਨਾਲ ਦਵੰਜ ਥੋੜੀ ਹੈ ਵੀ ਕਿਸੇ ਤੇ ਵੱਧ ਦ੍ਰਿਸ਼ਟੀ ਕੀਤੀ, ਕਿਸੇ ਤੇ ਘੱਟ ਕੀਤੀ। ਦ੍ਰਿਸ਼ਟੀ ਸਾਰਿਆਂ ਤੇ ਇੱਕੋ ਜਿਹੀ ਹੈ। ਜਿਹਦੀ ਜਿਹੋ ਜਿਹੀ ਭਾਵਨਾ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਸੂਰਜ ਚੜ੍ਹਿਆ ਸਾਰਿਆਂ ਲਈ ਇੱਕੋ ਜਿਹਾ ਨਾ। ਉੱਲੂਆਂ ਗਿੱਦੜਾਂ ਦੇ ਭਾਗ ਮਾੜੇ ਨੇ, ਉਹਨਾਂ ਨੂੰ ਨਹੀਂ ਚੰਗਾ ਲੱਗਦਾ। ਚਮ ਗਿੱਦੜਾਂ ਨੂੰ ਤੇ ਉੱਲੂਆਂ ਨੂੰ ਨਾ ਚੰਗਾ ਲੱਗਣਾ। ਏਦਾਂ ਸਤਿਗੁਰਾਂ ਦੀ ਨਜ਼ਰ ਸਾਰਿਆਂ ਤੇ ਇੱਕੋ ਜਿਹੀ ਹੈ। ਜਿਹੋ ਜਿਹੀ ਕਿਸੇ ਦੀ ਭਾਵਨਾ, ਆਪਣੀ ਕੀਤੀ ਭਾਵਨਾ ਮੁਤਾਬਕ ਉਹਨਾਂ ਨੂੰ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋ ਜਾਣਾ ਹੈ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋ ਆਪ ਗਵਾਈਐ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਜੈਸੀ ਭਾਵਨਾ ਰੱਖ ਕੇ ਕੋਈ ਆਉਂਦਾ, ਉਹਨੂੰ ਵੈਸਾ ਫਲ ਮਿਲ ਜਾਂਦਾ ਹੈ। ਨਾਮ ਉਹਨਾਂ ਦੇ ਹਿਰਦੇ 'ਚ ਵਸਦਾ ਹੈ ਜਿਹੜੇ ਆਪਣੇ ਅੰਦਰੋਂ ਆਪਣੇ ਆਪੇ ਭਾਵ ਨੂੰ ਗਵਾ ਲੈਂਦੇ ਆ। ਆਖੋ ਸਤਿਨਾਮ ਸ੍ਰੀ। ਨਾਮ ਦੀ ਕਲਾ ਵਰਤਦੀ ਉਹਨਾਂ ਹਿਰਦਿਆਂ 'ਚ ਜਿਨ੍ਹਾਂ ਹਿਰਦਿਆਂ 'ਚੋਂ ਹਉਮੈ ਚਲੀ ਜਾਏ। ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਵਸਦਾ। ਜਿੱਥੇ ਹੰਕਾਰ ਨਾਲੇ ਮਨ ਆਫਰਿਆ ਫਿਰਦਾ ਉੱਥੇ ਨਾਮ ਹਿਰਦੇ 'ਚ ਨਹੀਂ ਵਸਦਾ। ਜਿਨ੍ਹਾਂ ਹਿਰਦਿਆਂ 'ਚੋਂ ਮੈਂ ਚਲੀ ਗਈ ਉਹਨਾਂ ਹਿਰਦਿਆਂ 'ਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ।